ओके बेटा, हुण असी करांगे उसे रिफ्लैक्टिड और ट्रांसमिटेड वेव्स ਜਿਹੜੀਆਂ ਅਸੀਂ ਨਿਕਾਲੀਆਂ ਨੇ ਤੇ ਇੱਕ ਇੰਸੀਡੈਂਟ ਵੇਵ ਦਾ ਜਿਹੜਾ ਫੰਕਸ਼ਨ ਨਿਕਾਲਿਆ ਉਹਦੀ ਰਿਫਲੈਕਸ਼ਨ ਕੋਫੀਸ਼ੀਐਂਟ ਔਰ ਟਰਾਂਸਮਿਸ਼ਨ ਕੋਫੀਸ਼ੀਐਂਟ ਨਿਕਾਲਾਂਗੇ। रिफ्लैक्शन कोफिशिएंट इज़ डिफाइंड एज द रेशो ऑफ रिफ्लैक्टेड प्रोबेबिलिटी डेंसिटी करंट, ठीक है, टू द इंसीडेंट प्रोबेबिलिटी डेंसिटी करंट। प्रोबेबिलिटी डेंसिटी करंट ਜਿਹੜਾ आर्टिकल है वो तुसी सैकेंड चैप्टर ਦੇ ਵਿੱਚ ਕੀਤਾ ਹੋਇਆ ਸੀਗਾ। ਉਹਦਾ ਆਰਟੀਕਲ ਦਾ ਨਾਮ ਮੈਂ ਇੱਥੇ ਲਿਖਿਆ ਹੋਇਆ 2.26 ਆਰਟੀਕਲ ਸੀਗਾ ਤੁਹਾਡਾ, ਜਿਹਦੇ ਵਿੱਚ ਤੁਸੀਂ ਇਹ ਪ੍ਰੂਵ ਕੀਤਾ ਸੀਗਾ ਕਿ ਕੈਪੀਟਲ S ਇਜ਼ ਇਕੁਅਲ ਟੂ V ਸਾਈ ਸਟਾਰ ਸਾਈ। ਦਿਸ ਵਾਜ਼ ਪ੍ਰੋਬੇਬਿਲਿਟੀ ਡੈਂਸਿਟੀ ਕਰੰਟ ਫॉर ਅ ਪਲੇਨ ਵੇਵ, ਜਿਹਦੇ ਵਿੱਚ ਸਾਈ ਫੰਕਸ਼ਨ ਹੈਗਾ ਇੱਕ, ਅਤੇ ਉਹਦੇ ਨਾਲ ਤੁਸੀਂ ਸਾਈ ਸਟਾਰ ਨੂੰ ਮਲਟੀਪਲਾਈ ਕਰਦੇ ਹੋ ਅਤੇ ਉਹਦੇ ਨਾਲ ਉਹਦੀ ਵੈਲੋਸਿਟੀ ਨੂੰ ਮਲਟੀਪਲਾਈ ਕਰਦੇ ਹੋ, ਤਾਂ ਇਹ ਜਿਹੜਾ ਫੈਕਟਰ ਹੈ ਇਹ ਪੂਰਾ ਤੁਹਾਡੇ ਕੋਲ S ਜਿਹੜਾ ਉਸ ਤਰੀਕੇ ਨਾਲ ਆਉਂਦਾ। तो रिफ्लैक्शन कोफिशिएंट अगर तुसी निकालना चाहते हो तो ਉਹਦੇ ਲਈ SR मतलब रिफ्लैक्टेड अपॉन इंसीडेंट करना ਹੁੰਦਾ ਹੈ। अगर तुसी ट्रांसमिटेड निकाल रहे हो ਤਾਂ ਉਹਦੇ ਲਈ ट्रांसमिटेड अपॉन इंसीडेंट ਜਿਹੜਾ ਉਹ ਤੁਸੀਂ करना ਹੁੰਦਾ ਹੈ। बस ਇਹਦਾ ਫਾਰਮੂਲਾ ਹੈ ਦੋਵਾਂ ਦਾ, ਲਰਨ ਕਰਨਾ ਬਹੁਤ ਈਜ਼ੀ ਹੈ। ਸਿਰਫ ਇੱਕ S ਫੈਕਟਰ ਹੈਗਾ ਇਹ ਤਿੰਨਾਂ ਮਤਲਬ ਇਹ ਤਿੰਨਾਂ ਚੀਜ਼ਾਂ ਦਾ ਤੁਸੀਂ ਨਿਕਾਲ ਲਓ। ਅਤੇ ਰਿਫਲੈਕਟਿਡ ਦੇ ਨਾਲ ਜਦੋਂ ਇੰਸੀਡੈਂਟ ਦਾ ਕਰੋਗੇ ਤਾਂ ਤੁਹਾਡੇ ਕੋਲ ਰਿਫਲੈਕਸ਼ਨ ਕੋਫੀਸ਼ੀਐਂਟ ਆਏਗਾ, ਜਦੋਂ ਟਰਾਂਸਮਿਟਿਡ ਦਾ ਇੰਸੀਡੈਂਟ ਨਾਲ ਕਰੋਗੇ ਤਾਂ ਤੁਹਾਡੇ ਕੋਲ ਟਰਾਂਸਮਿਸ਼ਨ ਕੋਫੀਸ਼ੀਐਂਟ ਆਏਗਾ। ਤਾਂ ਹੁਣ ਦੇਖੋ ਕਿ ਅਸੀਂ ਜਿਹੜੇ ਐਸ ਫੈਕਟਰ ਨੇ ਉਹ ਨਿਕਾਲ ਰਹੇ ਹਾਂ, ਇਹ ਵਾਲੇ ਦੋਨੋਂ ਐਸ ਰਿਫਲੈਕਟਿਡ ਔਰ ਐਸ ਇੰਸੀਡੈਂਟ, ਉਹੀ ਉਸੇ ਤਰ੍ਹਾਂ ਫਾਰਮੂਲੇ ਨਾਲ ਵੀ ਸਾਈ ਸਟਾਰ ਸਾਈ। ਤੋ ਇਹਦੇ ਲਈ ਫਸਟ ਰੀਜਨ 'ਚ ਹੀ ਹੈ, ਇਹ ਵੀ ਫਸਟ ਰੀਜਨ 'ਚ ਹੀ, ਇਸ ਲਈ ਫਸਟ 1 ਲਿਖਿਆ ਹੋਇਆ ਜੇ। ਇਹ ਰਿਫਲੈਕਸ਼ਨ ਦਾ ਲਿਖਣਾਗੇ ਇੱਥੇ ਅਸੀਂ ਇੰਸੀਡੈਂਟ ਦਾ ਲਿਖਾਂਗੇ, ਕਿਉਂਕਿ ਇੱਥੇ ਰਿਫਲੈਕਸ਼ਨ ਦੇ ਕੋਰਸਪੋਂਡਿੰਗ ਰਿਫਲੈਕਸ਼ਨ ਵਾਲਾ ਫੰਕਸ਼ਨ ਹੀ ਅਸੀਂ ਜਿਹੜਾ ਵਾ ਉਹ ਲਿਖ ਰਹੇ ਹਾਂ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਜਿਹੜਾ ਆਰ ਹੈ ਉਹ ਇਹਨਾਂ ਦੋਨਾਂ ਦੀ ਰੇਸ਼ੋ ਹੈ, ਠੀਕ ਹੈ, ਕਿਉਂਕਿ ਵੀ ਜਿਹੜੀ ਹੈ ਉਹ ਦੋਵਾਂ ਦੇ ਲਈ ਕੌਂਸਟੈਂਟ ਆ, ਰੀਜਨ 1 ਦੇ ਲਈ ਹੈ, ਇਸ ਲਈ ਆ ਜਿਹੜਾ ਫੈਕਟਰ ਇਹਦੇ ਨਾਲ ਕੈਂਸਲ ਹੋ ਜਾਂਦਾ ਅਤੇ ਇਸ ਤਰੀਕੇ ਨਾਲ ਤੁਹਾਡੇ ਕੋਲ ਆ ਜਾਂਦਾ ਹੈ। ਹੁਣ ਰਿਫਲੈਕਸ਼ਨ ਵਾਲਾ ਜਿਹੜਾ ਤੁਹਾਡਾ ਸਾਈ ਹੈ ਉਹਦਾ ਅਸੀਂ ਕੌਂਜੂਗੇਟ ਲੈ ਲਿਆ ਅਤੇ ਉਹਦੇ ਨਾਲ ਇੱਕ ਹੈ ਸਿੰਪਲ ਫੰਕਸ਼ਨ, ਠੀਕ ਹੈ। ਇਸ ਤਰ੍ਹਾਂ ਦੇਖੋ ਨਾ, ਇਹ ਤੁਹਾਡੇ ਕੋਲ ਫੰਕਸ਼ਨ ਸੀਗਾ ਮਾਈਨਸ ਆਈਓਟਾ ਸੀਗਾ, ਜਦ ਪਲੱਸ ਆਈਓਟਾ ਬਣ ਗਿਆ ਅਤੇ ਇੱਧਰੋਂ ਏ ਦਾ ਵੀ ਕੌਂਜੂਗੇਟ ਹੋ ਗਿਆ ਤੁਹਾਡੇ ਕੋਲ। ਦੂਜੋਂ ਇਹ ਚੀਜ਼ ਸੀਗੀ ਤੁਹਾਡੀ, ਇੱਧਰੋਂ ਵੀ ਏ ਦਾ ਕੌਂਜੂਗੇਟ ਹੋ ਗਿਆ, ਤਾਂ ਈ ਰੇਜ਼ ਟੂ ਪਾਵਰ ਆਈਓਟਾ K1 ਸੀਗਾ, ਆਈਓਟਾ ਜਗ੍ਹਾ 'ਤੇ ਇੱਧਰ ਮਾਈਨਸ ਆਈਓਟਾ ਹੋ ਗਿਆ। ਇੱਥੇ ਮਾਈਨਸ ਆਈਓਟਾ ਸੀਗਾ ਉਹਦਾ ਪਲੱਸ ਆਈਓਟਾ ਹੋ ਗਿਆ, ਇੱਥੇ ਪਲੱਸ ਆਈਓਟਾ ਸੀਗਾ ਉਹਦਾ ਮਾਈਨਸ ਆਈਓਟਾ ਜਿਹੜਾ ਉਹ ਸਟਾਰ ਦੀ ਫੋਰਮ 'ਚ ਇਸ ਤਰੀਕੇ ਨਾਲ ਬਣ ਗਿਆ ਤੁਹਾਡੇ ਕੋਲ। ਤਾਂ ਇਹਨੂੰ ਜਦੋਂ ਅਸੀਂ ਇਹਦੇ ਨਾਲ ਇਹ ਓਬਵੀਅਸਲੀ 1 ਹੋ ਗਿਆ, ਇਹਦੇ ਨਾਲ ਇਹ ਵਾਲਾ ਵੀ 1 ਹੋ ਗਿਆ, ਜਾਂ ਤੁਸੀਂ ਕਹਿ ਲਓ ਕੈਂਸਲ ਹੋ ਗਏ ਆਪਸ 'ਚ ਸਾਰਿਆਂ ਨੇ। ਏ ਸਟਾਰ ਦੇ ਨਾਲ ਏ ਸਟਾਰ ਕੈਂਸਲ, ਏ ਦੇ ਨਾਲ ਤੁਹਾਡਾ ਏ ਕੈਂਸਲ, ਅਤੇ ਤੁਹਾਡੇ ਕੋਲ ਸਿਰਫ ਇਹ ਵਾਲੀਆਂ ਟਰਮਸ ਜਿਹੜੀਆਂ ਨੇ ਉਹ ਬਚਦੀਆਂ ਨੇ, ਇਹਦਾ ਸਕੁਆਇਰ ਡਿਵਾਈਡਡ ਬਾਈ ਇਸ ਚੀਜ਼ ਦਾ ਸਕੁਆਇਰ। ਤਾਂ ਇਸ ਤਰੀਕੇ ਨਾਲ ਤੁਹਾਡੇ ਕੋਲ ਜਿਹੜੀ ਆਰ ਹੈ ਉਹ ਤੁਹਾਡੇ ਕੋਲ ਆਉਂਦਾ। ਹੁਣ ਤੁਸੀਂ ਇੱਥੇ ਦੇਖਦੇ ਹੋ ਕਿ ਜਿਹੜਾ ਆਰ ਹੈ ਉਹ 0 ਨਹੀਂ ਹੈਗਾ ਅਨਲੈਸ K1 ਜਿਹੜਾ ਉਹ K2 ਦੇ ਇਕੁਅਲ ਹੈ। ਤਾਂ ਇਹਦਾ ਮਤਲਬ ਇਹ ਆ ਕਿ ਦੇਰ ਵਿਲ ਬੀ ਆਲਵੇਜ਼ ਬੀ ਸਮ ਰਿਫਲੈਕਸ਼ਨ ਐਟ ਦ ਸਟੈਪ, ਠੀਕ ਹੈ। ਕਲਾਸੀਕਲ ਫਿਜ਼ਿਕਸ ਕੀ ਕਹਿ ਰਹੀ ਸੀ, ਉਹ ਕਹਿ ਰਹੀ ਸੀ ਕਿ ਜਦੋਂ ਪਾਰਟੀਕਲ ਆਏਗਾ ਇਹ ਵਾਲਾ, ਮੰਨ ਲਓ ਇੱਥੇ ਤੁਹਾਡਾ ਸਟੈਪ ਹੈ, ਕਲਾਸੀਕਲ ਫਿਜ਼ਿਕਸ ਦੇ ਅਕੋਰਡਿੰਗ ਪਾਰਟੀਕਲ ਆਏਗਾ ਸਪੀਡ 'ਚ, ਫਿਰ ਇੱਥੇ ਜਾ ਕੇ ਉਹਦੀ ਸਪੀਡ ਥੋੜ੍ਹੀ ਸਲੋ ਹੋ ਜਾਏਗੀ ਪਰ ਵਾਪਸ ਨਹੀਂ ਜਾਏਗਾ। ਇਹ ਕਲਾਸੀਕਲ ਫਿਜ਼ਿਕਸ ਦੇ ਅਕੋਰਡਿੰਗ ਸੀਗਾ, ਬਟ ਕੁਆਂਟਮ ਫਿਜ਼ਿਕਸ ਦੇ ਅਕੋਰਡਿੰਗ ਤੁਸੀਂ ਦੇਖਦੇ ਹੋ ਕਿ ਆਰ ਦੀ ਵੈਲਿਊ ਤਾਂ 0 ਹੈ ਹੀ ਨਹੀਂ, ਮਤਲਬ ਕਿ ਰਿਫਲੈਕਸ਼ਨ ਹੋਏਗੀ ਹੋਏਗੀ। ਤਾਂ ਇਹਦਾ ਮਤਲਬ ਇਹ ਹੈ ਕਿ ਦੇयर ਵਿਲ ਆਲਵੇਜ਼ ਬੀ ਸਮ ਰਿਫਲੈਕਸ਼ਨ। ਤਾਂ ਦਿਸ ਇਜ਼ ਸਮਥਿੰਗ ਵਿਚ ਇਜ਼ ਸਰਪ੍ਰਾਈਜ਼ਿੰਗ, ਜਿਹੜੀ ਕੁਆਂਟਮ ਫਿਜ਼ਿਕਸ ਨੇ ਦੱਸੀ ਹੈ ਤੁਹਾਨੂੰ, ਜਿਹੜੀ ਕਿ ਇਸ ਤਰ੍ਹਾਂ ਹੈਗੀ ਹੈ ਕਿ ਕਲਾਸੀਕਲ ਦੇ ਅਕੋਰਡਿੰਗ ਜਿਹੜਾ ਬਿਲਕੁਲ ਹੀ ਤੁਹਾਡਾ ਜਿਹੜਾ ਉਲਟਾ ਰਿਜ਼ਲਟ ਕਹਿ ਰਹੇ ਹੋ ਤੁਹਾਡੇ ਕੋਲ ਮਿਲਦਾ ਤੁਹਾਨੂੰ। ਇਸ ਤੋਂ ਬਾਅਦ ਅਸੀਂ ਨਿਕਾਲਾਂਗੇ ਟਰਾਂਸਮਿਸ਼ਨ ਕੋਫੀਸ਼ੀਐਂਟ। ਉਹ ਮੈਂ ਤੁਹਾਨੂੰ ਦੱਸਿਆ ਕਿ ਪ੍ਰੋਬੇਬਿਲਿਟੀ ਡੈਂਸਿਟੀ ਕਰੰਟ ਜਿਹੜੇ ਦੋਨਾਂ ਦੀ ਰੇਸ਼ੋ ਅਸੀਂ ਲੈ ਲੈਣੀ ਆ, ਉਹ ਇਸੇ ਤਰੀਕੇ ਅਸੀਂ ਰੇਸ਼ੋ ਲੈ ਲਈ, ਤਾਂ ਇਸ ਤਰੀਕੇ ਜਿਹੜਾ ਤੁਹਾਡਾ ਉਹ T ਹੈ ਉਹ ਇਹ ਬਣ ਜਾਂਦਾ ਤੁਹਾਡੇ ਕੋਲ। ਇੱਥੇ ਅਸੀਂ ਵੈਲੋਸਿਟੀ 2 ਲੈਣੀ, ਇਹ ਤੁਸੀਂ ਯਾਦ ਰੱਖਣਾ, ਕਿਉਂਕਿ ਟਰਾਂਸਮਿਟਡ ਜਿਹੜਾ ਉਹ ਸੈਕਿੰਡ ਦੇ ਰੀਜਨ ਦੇ ਵਿੱਚ ਹੋਇਆ, ਇਸ ਲਈ ਅਸੀਂ V2 ਲਈ ਹੈ। ਇੱਥੇ ਅਸੀਂ V1 ਹੀ ਲੈਣੀ ਆ, ਇੱਥੇ V2 ਲੈਣੀ। ਤਾਂ ਇਸ ਤਰੀਕੇ ਨਾਲ ਤੁਹਾਡੇ ਕੋਲ ਜਿਹੜਾ ਉਹ ट्रांसमिशन कोफिशिएंट आ जाता है। तो ट्रांसमिशन कोफिशिएंट जिहड़ा है वो तुहाडे कोल ਇਹ वाला जिहड़ी चीज़ है वो आ जाती है, ठीक है। हुण ट्रांसमिशन कोफिशिएंट जिहड़ा वा वो यूनिटी नहीं हैगा। देखो कोई भी जिहड़ी चीज़ है वो
ਜਿਹੜੀ ਟਰਾਂਸਮਿਸ਼ਨ ਕੋਫੀਸ਼ੀਐਂਟ ਅਗਰ 1 ਹੋ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਪਾਰਟੀਕਲ ਹੈ ਉਹ ਟਰਾਂਸਮਿਟ ਹੋਏਗਾ ਹੀ ਹੋਏਗਾ। ਠੀਕ ਹੈ, ਤਾਂ ਟਰਾਂਸਮਿਸ਼ਨ ਕੋਫੀਸ਼ੀਐਂਟ ਤਾਂ 1 ਹੈਗਾ ਹੀ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਅਕੋਰਡਿੰਗ ਟੂ ਕਲਾਸੀਕਲ ਫਿਜ਼ਿਕਸ ਜਿਹੜੀ ਉਹ ਬੋਲਦੀ ਪਈ ਸੀਗੀ ਕਿ ਇੱਕ ਰੀਜਨ ਤੋਂ ਦੂਜੇ ਰੀਜਨ ਦੇ ਵਿੱਚ ਟਰਾਂਸਮਿਟ ਹੋ ਜਾਏਗਾ ਪਾਰਟੀਕਲ, ਉਹ ਟਰਾਂਸਮਿਟ ਨਹੀਂ ਹੋਏਗਾ ਐਕਚੁਅਲੀ ਵਿੱਚ ਕੁਛ ਨਾ ਕੁਛ ਰਿਫਲੈਕਟਿਡ ਹੋਏਗਾ ਅਤੇ ਕੁਛ ਥੋੜ੍ਹਾ ਪਾਰਟ ਜਿਹੜਾ ਉਹਦੀ ਪ੍ਰੋਬੇਬਿਲਿਟੀ ਹੈ ਕਿ ਉਹ ਟਰਾਂਸਮਿਟ ਵੀ ਹੋਵੇ ਥੋੜ੍ਹਾ ਬਹੁਤ, ਅਤੇ ਥੋੜ੍ਹਾ ਜਿਹੜਾ ਵਾ ਮਤਲਬ ਇਟ ਡਿਪੈਂਡਸ ਅਪੋਨ ਦ ਪ੍ਰੋਬੇਬਿਲਿਟੀ ਆਫ ਦਾ ਫੰਕਸ਼ਨ ਕਿ ਕੀ ਹੋਏਗਾ। ਤਾਂ ਇਹ ਜਿਹੜੀਆਂ ਦੋ ਚੀਜ਼ਾਂ ਨੇ ਇਹ ਤੁਹਾਡੀਆਂ ਇਹ ਜਿਹੜੀ ਕੁਆਂਟਮ ਮਕੈਨਿਕਸ ਹੈ ਉਹਦੇ ਅਕੋਰਡਿੰਗ ਜਿਹੜੀਆਂ ਉਹ ਚੀਜ਼ਾਂ ਤੁਹਾਡੇ ਕੋਲ ਆਈਆਂ ਨੇ। ਤਾਂ ਇਹ ਸੀਗਾ ਤੁਹਾਡਾ ਸਟੈਪ ਪੋਟੈਂਸ਼ੀਅਲ, ਜਿੱਥੇ ਤੁਸੀਂ એનર્ਜੀ ਜਿਹੜੀ ਹੈ ਉਹ ਤੁਸੀਂ ਗ੍ਰੇਟਰ ਦੈਨ ਸਟੈਪ ਹਾਈਟ ਲਈ ਸੀਗੀ। ਨੈਕਸਟ ਜਿਹੜਾ ਤੁਹਾਡਾ ਆਰਟੀਕਲ ਹੈ ਉਹ ਹੈਗਾ ਹੈ ਸਟੈਪ ਪੋਟੈਂਸ਼ੀਅਲ ਵੇਅਰ એનર્ਜੀ ਇਜ਼ ਲੈਸ ਦੈਨ ਦਾ ਸਟੈਪ ਹਾਈਟ। ਤਾਂ ਇਹ ਜਿਹੜਾ ਆਰਟੀਕਲ ਹੈ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹ ਵਾਲਾ ਖੁਦ ਕਰੋ, ਕਿਉਂਕਿ ਹਰ ਇੱਕ ਚੀਜ਼ ਇੱਥੇ ਸੇਮ ਹੈਗੀ ਹੈ। ਇੱਥੇ ਸਿਰਫ ਇੱਕ ਚੀਜ਼ ਦਾ ਫਰਕ ਹੈ ਕਿ એનર્ਜੀ ਜਿਹੜੀ ਹੈ ਉਹ V0 ਤੋਂ ਲੈਸ ਹੈਗੀ ਆ। ਉਹਦੇ ਅਕੋਰਡਿੰਗ ਕੁਛ ਜਿਹੜੇ ਰਿਜ਼ਲਟਸ ਹੈਗੇ ਆ ਉਹ ਤੁਹਾਡੇ ਅੱਗੋਂ ਜਿਹੜੀ ਹੈ ਉਹ ਚੇਂਜ ਕਰ ਜਾਂਦੇ ਆ। ਸਿਮਿਲਰਲੀ ਇਹਦੇ ਵਿੱਚ ਵੀ ਤੁਸੀਂ ਕਲਾਸੀਕਲ ਵਿਊ ਪੁਆਇੰਟ ਲਓਗੇ, ਉਸ ਤੋਂ ਬਾਅਦ ਕੁਆਂਟਮ ਮਕੈਨੀਕਲ ਵਿਊ ਪੁਆਇੰਟ ਲਓਗੇ। ਸਿਮਿਲਰਲੀ ਜਿਹੜੀਆਂ ਸ਼ਰੋਡਿੰਜਰ ਇਕੁਏਸ਼ਨਸ ਹੈਗੀਆਂ ਵਾ ਉਹ ਰੀਜਨ 1 ਅਤੇ ਰੀਜਨ 2 ਦੇ ਵਿੱਚ ਤੁਸੀਂ ਜਿਹੜੀਆਂ ਉਹ ਸੋਲਵ ਕਰੋਗੇ। ਉਸ ਤੋਂ ਬਾਅਦ ਸੇਮ ਇਸੇ ਤਰੀਕੇ ਤੁਹਾਡੇ ਕੋਲ A, B ਅਤੇ C 3 ਕੋਫੀਸ਼ੀਐਂਟਸ ਆ ਜਾਣਗੇ ਅਤੇ ਇਹਨਾਂ ਦੇ ਉੱਪਰ ਬਾਊਂਡਰੀ ਕੰਡੀਸ਼ਨ ਲਗਾ ਕੇ ਹਰ ਇੱਕ ਚੀਜ਼ ਜਿਹੜੀ ਆ ਉਹ ਸੇਮ ਹੈ। ਬਸ ਇੱਕ એનર્ਜੀ ਦਾ ਫਰਕ ਹੈ ਤੁਹਾਡੇ ਕੋਲ, ਉਸ એનર્ਜੀ ਦੇ ਫਰਕ ਕਾਰਨ ਜਿਹੜੇ ਹੈ ਉਹ ਅੱਗੇ ਤੁਹਾਡਾ ਜਿਹੜਾ ਉਹ ਥੋੜ੍ਹਾ ਜਿਹਾ ਜਿਹੜਾ ਡਿਫਰੈਂਸ ਹੈ ਉਹ ਤੁਹਾਡੇ ਕੋਲ ਆ ਜਾਂਦਾ ਹੈ। ਸਿਮਿਲਰਲੀ ਇਹਦੇ ਵਿੱਚ ਵੀ ਅਸੀਂ ਇੱਕ ਰਿਫਲੈਕਸ਼ਨ ਕੋਫੀਸ਼ੀਐਂਟ ਵੀ ਨਿਕਾਲਿਆ। ਠੀਕ ਹੈ ਜੀ, ਤਾਂ ਇਹ ਜਿਹੜਾ ਇਸ ਤਰੀਕੇ ਤੁਸੀਂ ਜਿਹੜਾ ਇਹ ਜਿਹੜੀ ਚੀਜ਼ ਹੈ ਇਹ ਵਾਲਾ ਜਿਹੜਾ ਆਰਟੀਕਲ ਹੈ ਉਹ ਤੁਸੀਂ ਖੁਦ ਕਰੋਗੇ। ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉਹ ਮੈਨੂੰ ਪੁੱਛ ਸਕਦੇ ਹੋ ਜਦੋਂ ਮਰਜ਼ੀ।